12 ਵਾਰ ਦੀ ਮੀਟਿੰਗ ਹੋ ਗਈ, 15 ਵਿੱਚੋਂ 12 ਮਤਾ ਚੇਂਜ ਕਰਨ ਦੀ ਗੱਲ ਹੋ ਗਈ। ਕਿੰਨਾ ਕੁ ਜਾਇਜ਼ ਲੱਗਦਾ ਹੈ ਸਵਾਲ ਸਾਹਿਬ? ਉਹਨਾਂ ਲੋਕਾਂ ਦੀ ਕੀ ਗੱਲ ਕਰਨੀ ਹੈ ਜਿਹੜੇ ਪਹਿਲਾਂ ਮੀਟਿੰਗਾਂ ਦੇ ਵਿੱਚ ਮੰਨ ਚੁੱਕੇ, ਮੀਡੀਆ ਦੇ ਸਾਹਮਣੇ ਮੰਗ ਚੁੱਕੇ ਕਿ ਸਾਨੂੰ ਤੁਸੀਂ ਖਾਲੀ ਡੱਬਾ ਦੇ ਦਿਓ ਤੇ ਬਾਕੀ ਸਭ ਕੁਝ ਇਹ 'ਚ ਬਦਲ ਲਓ। ਹੁਣ ਅੱਗੇ ਜਿਹੜੀ ਤਿਆਰੀ ਹੈ ਨਾ ਉਹ ਪੱਛਮੀ ਬੰਗਾਲ ਆਉਣ ਲਈ, ਜਿੱਥੇ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਨਾ ਉੱਥੇ ਉੱਥੇ ਦੀ ਤਿਆਰੀ ਹੈ ਤੇ ਕੂਚ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਸੋ ਕੀ ਕਹਿਣਾ ਚਾਹੋਗੇ ਤਾਜ਼ਾ ਹਾਲਾਤਾਂ ਨੂੰ ਲੈ ਕੇ? ਨੌਜਵਾਨਾਂ ਦੀ ਬ੍ਰਿਗੇਡ ਵੀ ਬਹੁਤ ਲੰਬੀ ਚੌੜੀ ਇੱਥੇ ਸੇਵਾ ਨਿਭਾ ਰਹੀ ਹੈ। ਉਹ ਸਾਡੇ ਬੱਚੇ ਨੇ, ਕੋਈ ਗੱਲ ਨਹੀਂ ਹੈਗੀ। ਜੇ ਬੱਚਿਆਂ ਕੋਲੋਂ ਗਲਤੀ ਹੋਈ ਤੇ ਸਾਡੇ ਕੋਲ ਨਹੀਂ ਹੋ ਸਕਦੀ। ਇਸ ਸੰਘਰਸ਼ ਚੱਲਦਿਆਂ ਅਸੀਂ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਹੋਣਗੀਆਂ। ਸੋ ਸਾਨੂੰ ਉਹਨਾਂ ਚੀਜ਼ਾਂ ਨਹੀਂ ਵੇਖਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਮਿਲ ਕੇ ਲੜਨਾ ਚਾਹੀਦਾ। ਇਹ ਕੀ ਚੱਲ ਰਿਹਾ ਹੈ? ਸਰਕਾਰਾਂ ਰਾਸਤੇ ਖੋਲ੍ਹਦੀਆਂ ਹੁੰਦੀਆਂ ਹੈ ਪਰ ਇਹ ਬੰਦ ਹੋ ਰਹੇ ਨੇ। ਉਧਰ ਜੋ ਸਟੇਜ ਹੈ ਦੂਜੀ, ਉਹ ਇਸ ਤਰ੍ਹਾਂ ਲੱਗਦਾ ਹੈ ਕਿ ਬਾਰਡਰ ਤੋਂ ਪਾਰ LOC ਤੇ ਚਲੀ ਗਈ ਹੈ। ਜੇ ਦੁਬਾਰਾ ਹੁਣ ਸਰਕਾਰ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ, ਖਰੜਾ ਗਿਰੇਗਾ। ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਪਹਿਲਾਂ ਕਹਿ ਚੁੱਕੀਆਂ ਹੈ ਕਿ ਪਹਿਲੇ ਪਰਚੇ ਰੱਦ ਕਰੋ, ਨੌਜਵਾਨਾਂ ਨੂੰ ਛੱਡੋ ਜਾਂ ਹੋਰ ਚੀਜ਼ਾਂ। ਹੁਣ ਤੁਹਾਡਾ ਫਸਟ ਰਿਐਕਸ਼ਨ ਕੀ ਹੈ ਕਿ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਦੁਬਾਰਾ? ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ। ਸੋ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਜੀ ਮੌਜੂਦ ਨੇ, ਕਿਸਾਨ ਆਗੂ ਨੇ। ਸਿਰਸਾ ਸਾਹਿਬ, ਪਹਿਲਾਂ ਤੇ ਬਹੁਤ ਦਿਨਾਂ ਬਾਅਦ ਹਾਜ਼ਰੀ ਲੱਗੀ ਹੈ, ਕਾਫੀ ਫੀਲਡ 'ਚ ਵੀ ਰਹਿੰਦੇ ਹੋ ਔਰ ਵੱਖ-ਵੱਖ ਸਥਾਨਾਂ ਤੇ ਜਾ ਕੇ ਸੰਘਰਸ਼ ਨੂੰ ਤੇਜ਼ ਕਰ ਰਹੇ ਹੋ। ਕਿਵੇਂ ਦੇਖਦੇ ਹੋ ਹਾਲਾਤ? ਹਜੇ ਤੱਕ ਸਰਕਾਰ ਅੜੀ ਪਾਈ ਬੈਠੀ ਹੈ ਕਿ ਹਜੇ ਕੋਈ ਵੀ ਸਾਨੂੰ ਖਾਮੀ ਨਹੀਂ ਦੱਸ ਪਾਏ। 12 ਵਾਰ ਦੀ ਮੀਟਿੰਗ ਹੋ ਗਈ, 15 ਵਿੱਚੋਂ 12 ਮਤਾ ਚੇਂਜ ਕਰਨ ਦੀ ਗੱਲ ਹੋ ਗਈ। ਕਿੰਨਾ ਕੁ ਜਾਇਜ਼ ਲੱਗਦਾ ਹੈ ਸਵਾਲ ਸਾਹਿਬ? ਇਹ ਗੱਲ ਕਿਸੇ ਜ਼ਬਾਨ ਵਾਲੇ ਮਨੁੱਖ ਦੀ ਕਰਨੀ, ਤਾਂ ਜੇ ਕੋਈ ਜ਼ਬਾਨ ਕਰਕੇ ਉਸ ਜ਼ਬਾਨ ਤੇ ਰਵੇ ਤੇ ਉਹਦੀ ਤੇ ਗੱਲ ਕੀਤੀ ਜਾਵੇ ਤੇ ਗੱਲ ਕੁਝ ਹੋਰ ਹੈ। ਜਿਨ੍ਹਾਂ ਲੋਕਾਂ ਦਾ ਨਾ ਕੋਈ ਧਰਮ, ਨਾ ਜ਼ਬਾਨ, ਨਾ ਈਮਾਨ, ਉਹਨਾਂ ਲੋਕਾਂ ਦੀ ਕੀ ਗੱਲ ਕਰਨੀ ਹੈ ਜਿਹੜੇ ਪਹਿਲਾਂ ਮੀਟਿੰਗਾਂ ਦੇ ਵਿੱਚ ਮੰਨ ਚੁੱਕੇ, ਮੀਡੀਆ ਦੇ ਸਾਹਮਣੇ ਮੰਗ ਚੁੱਕੇ ਕਿ ਸਾਨੂੰ ਤੁਸੀਂ ਖਾਲੀ ਡੱਬਾ ਦੇ ਦਿਓ ਤੇ ਬਾਕੀ ਸਭ ਕੁਝ ਇਹ 'ਚ ਬਦਲ ਲਓ। ਉਹ ਕਦੋਂ ਮੰਗਦੇ ਸੀ ਖਾਲੀ ਡੱਬਾ? ਜਦੋਂ ਕਹਿੰਦੇ ਸਾਰਾ ਕੁਝ ਮੈਨੂੰ ਤੁਸੀਂ ਲਾਲ ਪੈਨ ਲੈ ਲਓ, ਨੀਲਾ ਲੈ ਲਓ, ਕਾਲਾ ਲੈ ਲਓ ਤੇ ਜੋ ਵੀ ਤੁਸੀਂ ਲਿਖਣਾ ਚ ਲਿਖ ਦਿਓ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅੱਜ ਕਹਿੰਦੇ ਸਾਨੂੰ ਕਾਲਾ ਸਮਝਾਉਣ, ਫਿਰ ਉਹਨਾਂ ਬੰਦੇ ਦੀ ਗੱਲ ਕੀ ਕਰਨੀ? ਇਸ ਕਰਕੇ ਉਹਨਾਂ ਦਾ ਫਾਇਦਾ ਨਹੀਂ ਹੈ। ਕੋਈ ਹੁਣ ਨਵਾਂ ਕੋਈ ਗੱਲਬਾਤ ਜਾਂ ਸਰਕਾਰ ਦੇ ਨਾਲ, ਜਿੱਦਾਂ ਕਹਿ ਰਹੇ ਕਿ ਸਾਨੂੰ ਹੁਣ ਦੁਬਾਰਾ ਇੱਕ ਫੋਨ ਕਾਲ ਦੀ ਦੂਰੀ ਤੇ ਹੈ। ਖੈਰ ਕਹਿਦਾ ਬਹੁਤ ਸਮੇਂ ਤੋਂ ਰਹੇ ਹੈ। ਕਿਸਾਨ ਜਥੇਬੰਦੀਆਂ ਦਾ ਥੋੜਾ ਮੂਡ ਬਣਿਆ ਕਿਉਂਕਿ ਪਹਿਲਾਂ ਨਿਰਾਸ਼ ਹੋ ਕੇ ਮੁੜ ਕੇ ਆਉਂਦੀਆਂ ਰਹੀਆਂ। ਕੋਈ ਤਾਜ਼ਾ ਅਮੈਂਡਮੈਂਟ ਇਸ ਮਾਮਲੇ 'ਚ ਹੋਈ ਹੈ? ਤੇ ਦੂਜਾ ਕੀ ਲੱਗਦਾ ਕੀ ਹੈ ਜੋ ਉਹਨਾਂ ਦੇ ਰਵੱਈਏ ਤੋਂ ਹੈ ਕਿ ਹਰ ਵਾਰ ਮੋੜ ਕੇ ਭੇਜ ਦਿੰਦੇ ਆ ਕੋਈ ਨਵੀਂ ਸਰਕਾਰ? ਕਿਉਂਕਿ ਵੱਖ-ਵੱਖ ਰਾਜਾਂ 'ਚ ਅੰਦੋਲਨ ਚਲਾ ਗਿਆ, ਟਿਕਾਇਤ ਰਾਜਸਥਾਨ ਚਲੇ ਗਏ ਨੇ, ਤੁਸੀਂ ਵੀ ਮੀਟਿੰਗਾਂ ਕਰ ਰਹੇ ਹੋ, ਪੰਜਾਬ ਵਿੱਚ ਵੀ ਮਹਾ ਪੰਚਾਇਤਾਂ ਹੋ ਗਈਆਂ, UP ਉੱਤਰਾਖੰਡ 'ਚ ਵੀ ਹੋ ਰਹੀਆਂ। ਕੀ ਲੱਗਦਾ ਇਹ ਸਾਰੇ ਤਾਜ਼ਾ ਮਾਹੌਲ ਨੂੰ? ਹੁਣ ਅੱਗੇ ਜਿਹੜੀ ਤਿਆਰੀ ਹੈ ਨਾ ਉਹ ਪੱਛਮੀ ਬੰਗਾਲ ਆਉਣ ਲਈ, ਜਿੱਥੇ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਨਾ ਉੱਥੇ ਉੱਥੇ ਦੀ ਤਿਆਰੀ ਹੈ ਤੇ ਕੂਚ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ, ਮੀਟਿੰਗਾਂ ਹੋ ਰਹੀਆਂ ਨੇ। ਉਹਨਾਂ ਮੀਟਿੰਗਾਂ ਤੋਂ ਬਾਅਦ ਇਹ ਫਾਈਨਲ ਹੋ ਜਾਏਗਾ ਕਿ ਕਿੱਥੇ ਕਿੱਥੇ ਜਾਣਾ, ਕਿੰਨੇ ਕਿੰਨੇ ਜਾਣਾ, ਕਿਸ ਤਰ੍ਹਾਂ ਜਾਣਾ। ਇਹ ਉਹਨੂੰ ਮੋਦੀ ਨੂੰ ਜਿਹੜਾ ਹੈ ਉਹ ਪੂਰੇ ਰਾਹ ਪਾਵਾਂਗੇ, ਐਸੀ ਗੱਲ ਨਹੀਂ ਹੈਗੀ। ਫਿਰ ਉੱਥੇ ਵੀ ਫਿਰ ਝੰਡਾ ਕੱਢ ਦੋਗੇ ਮੋਰਚੇ ਦਾ? ਤੇ ਦੇਖੋ ਉੱਥੇ ਤੇ ਪਹਿਲਾਂ ਆਲਰੇਡੀ ਜਿਹੜੇ ਉੱਥੋਂ ਦੇ ਕਿਸਾਨ ਨੇ ਉਹ ਆਪ ਬੁਲਾ ਰਹੇ ਨੇ। ਇੱਥੋਂ ਜਾਣਾ ਇੱਕ ਗੱਲ ਹੋਰ ਹੈ, ਉੱਥੋਂ ਕਿਸਾਨਾਂ ਵੱਲੋਂ ਜਿਹੜਾ ਉਹ ਬੁਲਾਵੇ ਜਿਹੜੇ ਨੇ ਆ ਰਹੇ ਨੇ। ਬਹੁਤ ਸਾਰੇ ਲੋਕਾਂ ਦੇ ਮੈਨੂੰ ਫੋਨ ਆਏ ਨੇ, ਟਰਾਂਸਪੋਰਟਰ ਵੀ ਉੱਥੇ ਬਹੁਤ ਹੈ ਤੇ ਕਿਸਾਨ ਵੀ ਉੱਥੋਂ ਦਾ ਹੈ, ਕਿਉਂਕਿ ਭਾਰਤ ਦਾ ਕੋਈ ਐਸਾ ਕੋਨਾ ਤਾਂ ਹੈ ਨਹੀਂ ਜਿੱਥੇ ਸਾਡੇ ਪੰਜਾਬੀ ਨਹੀਂ ਗਏ। ਔਰ ਉੱਥੇ ਦੇ ਜਿਹੜੇ ਲੋਕ ਨੇ ਉਹ ਵੀ ਜਾਗਰੂਕ ਹੋ ਰਹੇ ਨੇ। ਇਹ ਨਹੀਂ ਹੈਗਾ ਵੀ ਇਹ ਇਕੱਲੇ ਪੰਜਾਬੀਆਂ ਨੇ। ਉੱਥੇ ਇਸ ਟਾਈਮ ਦੇ ਉੱਤੇ ਪੂਰੀ ਤਿਆਰੀ ਹੋ ਰਹੀ ਹੈ ਸਾਰੇ ਲੋਕ। ਸਿਰਸਾ ਜੀ, 26 ਦੀ ਘਟਨਾ ਤੋਂ ਬਾਅਦ ਦੁਬਾਰਾ ਮੋਰਚਾ ਆਪਣੇ ਰੂਪ 'ਚ ਆਉਣਾ ਸ਼ੁਰੂ ਹੋ ਗਿਆ ਹੈ, ਪਰ ਕਈ ਨੌਜਵਾਨ ਕਈ ਵਾਰ ਰਾਜੇਵਾਲ ਸਾਹਿਬ ਹੋਣ ਜਾਂ ਹੋਰ ਆਗੂ ਹੋਣ ਘੁਰਕੀ ਵੀ ਦੇ ਦਿੰਦੇ ਆ। ਥੋੜੇ ਨੌਜਵਾਨ ਫਿਰ ਹਤਾਸ਼ ਹੋ ਜਾਂਦੇ ਆ। ਸੋ ਕੀ ਕਹਿਣਾ ਚਾਹੋਗੇ ਤਾਜ਼ਾ ਹਾਲਾਤਾਂ ਨੂੰ ਲੈ ਕੇ? ਨੌਜਵਾਨਾਂ ਦੀ ਬ੍ਰਿਗੇਡ ਵੀ ਬਹੁਤ ਲੰਬੀ ਚੌੜੀ ਇੱਥੇ ਸੇਵਾ ਨਿਭਾ ਰਹੀ ਹੈ। ਉਹ ਕੀ ਉਹਨਾਂ ਦੇ ਨਾਲ ਕੋਈ ਹੋਰ ਕੋਈ ਅਮੈਂਡਮੈਂਟ ਜਾਂ ਤਾਲਮੇਲ ਜਾਂ ਗਿਲੇ ਸ਼ਿਕਵੇ ਥੋੜੇ ਬਹੁਤ? ਨੌਜਵਾਨ ਸਾਡੇ ਬੱਚੇ ਨੇ ਔਰ ਐਡੇ ਵੱਡੇ ਸੰਘਰਸ਼ ਦੇ ਵਿੱਚ ਚੱਲਦੇ ਆ। ਇਹ ਕੋਈ ਛੋਟਾ ਸੰਘਰਸ਼ ਨਹੀਂ ਹੈ, ਜਿੱਥੇ ਲੱਖਾਂ ਦੀ ਗਿਣਤੀ 'ਚ ਕਿੰਨੇ ਥਾਵਾਂ ਤੇ ਧਰਨੇ ਚੱਲ ਰਹੇ ਨੇ। ਔਰ ਕੇਂਦਰ ਸਰਕਾਰ ਦੇ ਨਾਲ ਇਹ ਸਾਡੀ ਲੜਾਈ ਆ। ਔਰ ਕੇਂਦਰ ਨੇ ਜੇ ਇਹ ਗੱਲ ਕਹਿ ਦਿੱਤੀ ਜਾਵੇ ਕਿ ਜਿੰਨੇ ਵੀ ਵਰਲਡ ਦੇ ਸਰਮਾਏਦਾਰ ਵਰਗ ਹੈ ਉਹਨਾਂ ਲੋਕਾਂ ਦੇ ਨਾਲ, ਕਾਰਪੋਰੇਟ ਘਰਾਣਿਆਂ ਦੇ ਨਾਲ ਲੜਾਈ ਆ ਜਿਹੜੇ WT ਦੀ ਗੱਲ ਕਰਦੇ ਨੇ, ਉਹਨਾਂ ਲੋਕਾਂ ਦੇ ਨਾਲ ਸਾਡੀ ਲੜਾਈ ਹੈ। ਏਡੀ ਵੱਡੀ ਸ਼ਕਤੀ ਨਾਲ ਲੜਾਈ ਹੋਵੇ ਤੇ ਫਿਰ ਗਿਣਤੀ ਵੀ ਸਾਡੀ ਜਿਹੜੀ ਆ ਬਹੁਤ ਜ਼ਿਆਦਾ। ਤੇ ਚੱਲਦੇ ਆ ਯਾਰ, ਕਿਤੇ ਨਾ ਕਿਤੇ ਕੋਈ ਮਾੜਾ ਮੋਟਾ, ਕਿਤੇ ਮੇਰੇ ਕੋਲ ਗਲਤੀ ਹੋ ਗਈ, ਕਿਤੇ ਤੁਹਾਡੇ ਕੋਲ ਹੋ ਗਈ। ਜਦੋਂ ਅਸੀਂ ਗਲਤੀਆਂ ਵੀ ਤਾਂ ਉਹਨਾਂ ਕੋਈ ਹੋਣੀਆਂ ਨੇ ਨਾ ਜਿਹੜੇ ਕੋਈ ਕੰਮ ਕਰਨਗੇ।
ਜਿਹੜੇ ਘਰੇ ਬੈਠੇ ਨੇ, ਜਿਹਨੇ ਚੰਗਾ ਕੰਮ ਨਹੀਂ ਕਰਨਾ ਉਹ ਕੋ ਮਾੜਾ ਕਿੱਥੋਂ ਹੋਊਗਾ। ਇਸ ਤਰ੍ਹਾਂ ਚੱਲਦਿਆਂ ਕਿਤੇ ਨਾ ਕਿਤੇ ਕੋਈ ਫਰਕ ਆ ਜਾਂਦਾ। ਉਹ ਸਾਡੇ ਬੱਚੇ ਨੇ, ਕੋਈ ਗੱਲ ਨਹੀਂ ਹੈਗੀ। ਜੇ ਬੱਚਿਆਂ ਕੋਲੋਂ ਗਲਤੀ ਹੋਈ ਤੇ ਸਾਡੇ ਕੋਲ ਨਹੀਂ ਹੋ ਸਕਦੀ। ਇਸ ਸੰਘਰਸ਼ ਦੇ ਚੱਲਦਿਆਂ ਅਸੀਂ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਹੋਣਗੀਆਂ। ਸੋ ਸਾਨੂੰ ਉਹਨਾਂ ਚੀਜ਼ਾਂ ਨਹੀਂ ਵੇਖਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਮਿਲ ਕੇ ਲੜਨਾ ਚਾਹੀਦਾ। ਸਾਹਿਬ ਇੱਕ ਇੱਕ ਕਰਕੇ ਦਿੱਲੀ ਪੁਲਿਸ ਦੀ ਗੱਲ ਕਰ ਲਈਏ, ਕੁੰਡਲੀ ਤੋਂ ਜੋ ਰਾਸਤੇ ਦਿੱਲੀ ਵੱਲ ਜਾਂਦੇ ਸੀ ਉਹਨਾਂ ਨੂੰ ਜਾਂ ਤਾਂ ਖਾਈ ਪੱਟ ਕੇ ਬੰਦ ਕੀਤਾ ਜਾ ਰਿਹਾ। ਲੋਕਲ ਲੋਕ ਵੀ ਬਹੁਤ ਪਰੇਸ਼ਾਨ ਹੋ ਰਹੇ, ਕਿਸਾਨ ਤਾਂ ਪਰੇਸ਼ਾਨ ਹੋ ਰਹੇ, ਕਿਉਂਕਿ ਤੁਸੀਂ ਵੀ ਦਿੱਲੀ ਮੀਟਿੰਗਾਂ ਵਿੱਚ ਜਾਣਾ ਹੁੰਦਾ ਹੈ ਜਾਂ ਹੋਰ ਕੰਮਾਂ ਲਈ ਜਾਣਾ ਹੁੰਦਾ ਹੈ। ਇਹ ਕੀ ਚੱਲ ਰਿਹਾ ਹੈ? ਸਰਕਾਰਾਂ ਰਾਸਤੇ ਖੋਲ੍ਹਦੀਆਂ ਹੁੰਦੀਆਂ ਹੈ ਪਰ ਇਹ ਬੰਦ ਹੋ ਰਹੇ ਨੇ। ਉਧਰ ਜੋ ਸਟੇਜ ਹੈ ਦੂਜੀ, ਉਹ ਇਸ ਤਰ੍ਹਾਂ ਲੱਗਦਾ ਹੈ ਕਿ ਬਾਰਡਰ ਤੋਂ ਬਾਹਰ LOC ਤੇ ਚਲੀ ਗਈ ਹੈ। ਇਹ ਕੀ ਹਾਲਾਤ ਹੋ ਰਹੇ ਨੇ? ਔਰ ਇਹ ਇਸ ਤਰ੍ਹਾਂ ਜੀ, ਮੋਦੀ ਦੀ ਜਿਹੜੀ ਛਾਤੀ ਹੈ ਉਹ 56 ਇੰਚ ਚੌੜੀ ਹੈ, ਠੀਕ ਹੈ। ਜਿਹੜੇ ਚੌੜੀਆਂ ਛਾਤੀਆਂ ਵਾਲੇ ਹੁੰਦੇ ਨੇ ਨਾ, ਤੇ ਉਹਨਾਂ ਦੇ ਫਿਰ ਦਿਲ ਵੀ ਬੜੇ ਵੱਡੇ ਹੁੰਦੇ ਨੇ। ਤਾਂ ਹੀ ਤਾਂ ਫਿਰ ਜਿਹੜਾ ਉਹ ਆਪਣੀ ਕਰਤੂਤ ਲੋਕਾਂ ਦੇ ਸਾਹਮਣੇ ਲਿਆ ਰਿਹਾ ਹੈ। ਸਰਕਾਰ ਨੇ ਸੜਕਾਂ ਖੋਲ੍ਹਣੀਆਂ ਹੁੰਦੀਆਂ ਨੇ, ਬਣਾਉਣੀਆਂ ਹੁੰਦੀਆਂ ਨੇ, ਟਾਕਿਆਂ ਲਾਉਣੀਆਂ ਨੇ, ਤੇ ਸਰਕਾਰ ਜਿਹੜੀ ਆ ਸੜਕਾਂ ਬਣ ਰਹੀ ਆ, ਕਿਤੇ ਕੰਕਰੀਟ ਦੀਆਂ ਦੀਵਾਰਾਂ ਬਣਾ ਰਹੀ ਆ, ਕਿਤੇ ਕਿੱਲ ਠੋਕ ਰਹੀ ਆ, ਕਿਤੇ ਖਾਈਆਂ ਪੱਟ ਰਹੀ ਆ, ਕੀ ਕੁਛ ਕਰ ਰਹੀ ਆ। ਇਸ ਕਰਕੇ ਇਹ ਸਰਕਾਰ ਦੀ ਜਿਹੜੀ ਚੰਗੀ ਸਰਕਾਰ ਹੈ, ਚੰਗਾ ਰਾਜ ਤੇ ਚੰਗਾ ਪ੍ਰਸ਼ਾਸਨ ਦੇਣਾ, ਉਹਦੀਆਂ ਨਿਸ਼ਾਨੀਆਂ ਨੇ। ਅੱਗੋਂ ਤੁਸੀਂ ਹਿਸਾਬ ਆਪ ਲਾਓ ਵੀ ਇਹਦਾ ਅਰਥ ਕੀ। ਜੇਲ੍ਹ 'ਚ ਬੰਦ ਨੌਜਵਾਨਾਂ ਨੂੰ ਛੁਡਾਉਣ ਦੇ ਲਈ ਜੋ ਸਿਰਸਾ ਜੀ, ਉਹ ਵੀ ਤੁਹਾਡੇ ਹਮਰਾਸ਼ੀ ਨਾਮਰਾਸ਼ੀ ਨੇ, ਉਹ ਵੀ ਕਾਫੀ ਮਿਹਨਤ ਕਰ ਰਹੇ ਨੇ। ਕਿਸਾਨ ਜਥੇਬੰਦੀਆਂ ਵੀ ਕਰ ਰਹੀਆਂ ਹੈ। ਹੁਣ ਆਪਣੇ ਕੋਲ ਡਾਟਾ ਆ ਗਿਆ ਕਿ ਕਿੰਨੇ ਕੁ ਨੌਜਵਾਨ ਹੋਰ ਅੰਦਰ ਹੈ, ਔਰ ਉਸ ਸੰਬੰਧੀ ਕੀ ਆਪਣੇ ਜੋ ਬਹੁਤ ਥੋੜੇ ਰਹਿ ਗਏ ਨੇ, ਕੋਈ 20 ਦੇ ਕਰੀਬ ਰਹਿ ਗਏ ਨੇ, ਬਾਕੀ ਸਾਰੇ ਤਕਰੀਬਨ ਆ ਗਏ ਨੇ। ਤੇ ਜਿਹੜੇ ਵੀ ਹੈਗੇ ਨੇ ਉਹ ਵੀ ਸਾਰੇ ਬਹੁਤ ਜਲਦੀ ਆ ਜਾਣੇ ਨੇ। ਵੇਖੋ, ਇਸ ਸੰਘਰਸ਼ ਦੇ ਵਿੱਚ ਕੋਈ ਵੀ ਯੋਗਦਾਨ ਪਾ ਰਿਹਾ ਉਹ ਸਾਰੇ ਚੰਗੀ ਗੱਲ ਹੈ ਕਿ ਹਰ ਬੰਦਾ ਜਿਹੜਾ ਆਪਣਾ ਜਿੰਨਾ ਵੀ ਯੋਗਦਾਨ ਪਾ ਰਿਹਾ ਉਹ ਚੰਗੀ ਗੱਲ ਹੈ। ਇਹ ਤਾਂ ਇੱਕ ਜਿਸ ਤਰ੍ਹਾਂ ਹੁੰਦਾ ਨਾ ਵੀ ਸਮੇਤ ਜੱਗ, ਇਹ ਸਮੇਤ ਜੱਗ ਹੈ ਇੱਕ। ਇਹ ਸਾਰੇ ਲੋਕਾਂ ਦਾ ਸੰਘਰਸ਼ ਹੈ। ਇਹ ਇਕੱਲੇ ਨਾ ਤਾਂ ਕਿਸਾਨਾਂ ਦਾ ਤੇ ਨਾ ਇਕੱਲੇ ਪੰਜਾਬ ਜਾਂ ਹਰਿਆਣੇ ਦਾ, ਇਹ ਪੂਰੇ ਭਾਰਤ ਦਾ, ਤੇ ਭਾਰਤ ਤੋਂ ਅੱਗੇ ਨਿਕਲ ਕੇ ਇਹ ਸੰਸਾਰ ਭਰ ਦਾ ਸੰਘਰਸ਼ ਜਿਹੜਾ ਇਹ ਬਣ ਗਿਆ। ਇਸ ਕਰਕੇ ਛੋਟੀ ਗੱਲ ਨਹੀਂ ਹੈਗੀ। ਇਹ 'ਚ ਜਿੰਨਾ ਵੀ ਕੋਈ ਹਿੱਸਾ ਪਾਉਂਦਾ ਚੰਗੀ ਗੱਲ। ਆਖਰੀ ਸਵਾਲ ਤੋਂ ਬਾਅਦ ਤੁਹਾਡਾ ਸੰਦੇਸ਼ ਲਵਾਂਗੇ। ਸਿਰਸਾ ਜੀ, ਤੁਹਾਡੇ ਦੇ ਪਰਚੇ ਬਹੁਤ ਦਰਜ ਹੋ ਗਏ, ਕਿਸਾਨ ਆਗੂਆਂ ਦੇ ਵੀ ਬਹੁਤ ਦਰਜ ਹੋ ਗਏ। ਕਈ ਵਾਰ ਗ੍ਰਿਫਤਾਰੀ ਵੀ ਦਾ ਵੀ ਦਿਖਾਇਆ ਜਾ ਰਿਹਾ ਕਿ ਕਿਤੇ ਉਹ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਏਗਾ। ਕੀ ਤਾਜ਼ਾ ਅਮੈਂਡਮੈਂਟ ਹੈ? ਕੋਰਟ 'ਚ ਵੀ ਬਹੁਤ ਅਰਜ਼ੀਆਂ ਚਲੀ ਗਈਆਂ ਹੈ ਕਿ ਜਦੋਂ ਤੱਕ ਦੋਸ਼ ਹੀ ਨਹੀਂ ਸਿੱਧ ਹੋ ਰਹੇ, ਜਦ ਤੱਕ ਉਹਨਾਂ ਦੀ ਹਾਜ਼ਰੀ ਨਹੀਂ ਸਿੱਧ ਹੋ ਰਹੀ। 26 ਮੈਂ ਉਹਦੀ ਜਨਵਰੀ ਦੀ ਗੱਲ ਕਰ ਰਿਹਾ, ਕਿਉਂਕਿ ਮੇਨ ਆਗੂ ਕੋਈ ਦਿਖਾਈ ਨਹੀਂ ਦਿੱਤਾ ਸੀ ਉਸ ਮਾਰਚ ਦੇ ਵਿੱਚ। ਤੇ ਉਹ ਉੱਥੇ ਦੇ ਨਾਲ ਜੁੜੇ ਹੋਏ ਜੋ ਸਾਡੇ ਕੋਲ ਜਾਣਕਾਰੀਆਂ ਆ ਰਹੀਆਂ ਕਿ ਪਰਚੇ ਦੇ ਦਿੱਤੇ ਆ। ਉਸ ਸੰਬੰਧੀ ਤੁਹਾਡੇ ਪਰ ਕਿੰਨੇ ਪਰਚੇ ਹੋ ਗਏ ਤੇ ਕੀ ਜਾਣਕਾਰੀ ਹੈ? ਕੋਈ ਵੀ ਨਹੀਂ, 3 ਕੀ ਅਜੇ ਤਾਂ। ਇੱਕ ਤੇ NIA ਵੱਲੋਂ ਨੋਟਿਸ ਹੈ, ਉਹ ਪਹਿਲਾਂ ਮੈਨੂੰ ਆਇਆ। 40 ਜਥੇਬੰਦੀਆਂ ਸਾਡੀਆਂ, ਉਹ ਮੈਨੂੰ ਇਕੱਲੇ ਨੂੰ ਆਇਆ। ਪਤਾ ਨਹੀਂ ਇਕੱਲੇ ਨੂੰ ਕਿਉਂ ਭੇਜਿਆ, ਉਹਨਾਂ ਨੂੰ ਸ਼ਾਇਦ ਇਹ ਹੋਏਗਾ ਕਿ ਰੌਲਾ ਪਵੇਗਾ। ਤੇ ਜੇ ਦੂਜਿਆਂ ਨੂੰ ਨਹੀਂ ਆਏ ਤੇ ਮੈਂ ਤਾਂ ਕਹਿ ਨਹੀਂ ਸਕਦਾ ਵੀ ਦੂਜਿਆਂ ਨੂੰ ਕਿਉਂ ਨਹੀਂ ਆਏ। ਇੱਕ ਤਾਂ ਉਹ NIA ਵੱਲੋਂ ਨੋਟਿਸ ਹੈ ਮੈਨੂੰ। ਇੱਕ ਜਿਹੜੀਆਂ ਮੇਰੇ ਖਿਆਲ 37 FIR ਨੇ, ਜ਼ਿਆਦੀਆਂ ਨਹੀਂ ਗਈਆਂ। ਹਾਂ, ਉਹ ਸਾਰੀਆਂ 37 FIR ਜਿਹੜੀਆਂ ਨੇ, ਉਹਨਾਂ ਸਾਰੀਆਂ ਦੇ ਵਿੱਚ ਹੀ ਉਹ ਜਿਹੜਾ ਸਾਨੂੰ ਕਿਸੇ 'ਚ ਵੀ ਸ਼ਾਮਲ, ਜਿਹੜਾ ਕਿਤੇ ਬਾਈ ਨੇਮ ਨੇ, ਕਿਤੇ ਉਸ ਤਰ੍ਹਾਂ ਨੇ, ਉਹ ਨੇ। ਬਾਕੀ ਜਿਹੜਾ ਇੱਕ ਪਰਚਾ ਮੇਰੇ ਤੇ ਹੋਰ ਹੈ, ਜਿਹੜਾ ਕਿ BJP ਦੇ ਪ੍ਰਭਾਰੀ ਵੱਲੋਂ ਜਿਹੜੀ 26 ਜਨਵਰੀ ਤੋਂ ਪਹਿਲਾਂ ਉਹਨੇ ਚਿੱਠੀ ਇਸ਼ੂ ਕੀਤੀ ਸੀ ਆਪਣੇ ਵਰਕਰਾਂ ਨੂੰ ਕਿ ਤੁਸੀਂ ਕੀ ਕਰਤੂਤਾਂ ਕਰ ਰਹੀਆਂ ਨੇ, ਕਿਸ ਤਰ੍ਹਾਂ ਆਗਨੀਆਂ, ਕਿਵੇਂ ਤੁਸੀਂ ਫਾਇਰ ਕਰਨ, ਮਤਲਬ ਕਿ ਜਿਹੜੇ ਨੇ ਆਗਜਨੀ ਹਥਿਆਰਾਂ ਦੇ ਨਾਲ ਇਹਨਾਂ ਲੋਕਾਂ ਨੂੰ ਸੰਘਰਸ਼ ਨੂੰ ਫੇਲ ਕਰਨ ਵਾਸਤੇ ਕੀ ਕਰਤੂਤਾਂ ਨੇ। ਉਹ ਜਿਹੜੀ ਚਿੱਠੀ ਸੀ ਉਹ ਮੇਰੇ ਵੱਲੋਂ ਪ੍ਰੈਸ ਨੂੰ ਰਿਲੀਜ਼ ਕੀਤੀ ਗਈ। ਉਹ ਚਿੱਠੀ ਦੇ ਉੱਤੇ ਵੀ ਮੈਨੂੰ ਜਿਹੜਾ ਸੀ ਉਹ ਮੇਰੇ ਖਿਲਾਫ ਪਰਚਾ ਦਰਜ ਹੈ। ਇਹ ਪਤਾ ਨਹੀਂ ਅਜੇ FIR ਦੀ ਕਾਪੀ ਤੇ ਮੇਰੇ ਕੋਲ ਆਈ ਨਹੀਂ, ਲੇਕਿਨ ਮੈਨੂੰ ਵਾਰ-ਵਾਰ ਪੁਲਿਸ ਦੇ ਫੋਨ ਆ ਰਹੇ ਨੇ, ਦਿੱਲੀ ਪੁਲਿਸ ਦੇ, ਵੀ ਤੁਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਜੁਆਇਨ ਕਰੋ। ਮੈਂ ਕਿਹਾ ਮੈਂ ਤਾਂ ਕੋਈ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਨੀ। ਇਸ ਤਰ੍ਹਾਂ ਤੁਸੀਂ ਆਓ, ਲੈ ਜਾਓ ਪੜ੍ਹ ਕੇ। ਸੋ ਇਸ ਤਰ੍ਹਾਂ ਕਰਕੇ ਇੰਨੇ ਕੀ ਨੇ, ਕੋਈ ਨਹੀਂ ਜਾਏਗਾ ਜਦੋਂ ਤੱਕ ਸਾਡਾ ਸੰਘਰਸ਼ ਹੈ। ਬਿਲਕੁਲ ਸੰਘਰਸ਼ ਚੱਲਦਾ, ਬਿਲਕੁਲ ਨਹੀਂ ਜਾਵਾਂਗੇ। ਫੜ ਕੇ ਲੈ ਜਾਓ ਨਾ। ਜੇ ਦੁਬਾਰਾ ਹੁਣ ਸਰਕਾਰ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ, ਖਰੜਾ ਗਿਰੇਗਾ। ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਪਹਿਲਾਂ ਕਹਿ ਚੁੱਕੀਆਂ ਹੈ ਕਿ ਪਹਿਲੇ ਪਰਚੇ ਰੱਦ ਕਰੋ, ਨੌਜਵਾਨਾਂ ਨੂੰ ਛੱਡੋ ਜਾਂ ਹੋਰ ਚੀਜ਼ਾਂ। ਹੁਣ ਤੁਹਾਡਾ ਫਸਟ ਰਿਐਕਸ਼ਨ ਕੀ ਹੈ ਕਿ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਦੁਬਾਰਾ? ਦੇਖੋ, ਕੋਈ ਵੀ ਮਸਲਾ ਹੈ, ਹਾਲੇ ਤਾਂ ਗੱਲਬਾਤ ਨਹੀਂ ਹੋਣਾ ਹੈ ਨਾ, ਗੱਲਬਾਤ ਹੋਣੀ ਚਾਹੀਦੀ ਆ। ਪਰ ਇਹ ਸਰਕਾਰ ਨੇ ਵੇਖਣਾ ਹੈ ਕਿ ਗੱਲਬਾਤ
ਕਦੋਂ ਸ਼ੁਰੂ ਕਰਨੀ ਆ, ਜਦੋਂ ਭੇਜੇਗੀ ਕੋਈ ਚਿੱਠੀ ਪੱਤਰ ਆਏਗਾ, ਬੁਲਾਵਾ ਆਏਗਾ ਤੇ ਰੂਪਰੇਖਾ ਤੇ ਵੇਖੋ ਸਾਡੇ ਸਪਸ਼ਟ ਹੈ ਕਿ ਖੇਤੀ ਕਾਨੂੰਨ ਤਿੰਨੇ ਜਿਹੜੇ ਨੇ ਉਹ ਰੱਦ ਹੋਣ, MSP ਜਿਹੜੀ ਆ ਕਾਨੂੰਨ ਦੇ ਤਹਿਤ ਭਾਰਤ 'ਚ ਲਾਗੂ ਹੋਵੇ ਤੇ ਬਾਕੀ ਤਾਂ ਆ ਜਿਹੜੀਆਂ ਛੋਟੀਆਂ-ਮੋਟੀਆਂ ਗੱਲਾਂ ਨੇ, ਜਿਹੜੀਆਂ ਗ੍ਰਿਫਤਾਰੀਆਂ ਨੇ ਜਾਂ ਦੂਜੀਆਂ ਤੀਜੀਆਂ, ਇਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ। ਪਰ ਇੱਕ ਗੱਲ ਜ਼ਰੂਰ ਹੈ ਕਿ ਸਰਕਾਰ ਜਿਹੜੀ ਇਹ ਨੋਟਿਸ ਦੇ ਕੇ ਲੋਕਾਂ ਨੂੰ ਦਬਾ ਰਹੀ ਹੈ ਤਾਂ ਔਰ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹਾਂਗਾ ਕਿ ਇੱਕ ਜਿਸ ਤਰ੍ਹਾਂ ਜਿਹੜੇ ਐਕਸ ਸਰਵਿਸਮੈਨ ਨੇ, ਚਾਹੇ ਉਹ ਫੌਜੀ ਨੇ ਜਾਂ ਹੋਰ ਨੇ, ਉਹਨਾਂ ਨੂੰ ਵੀ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਮੈਂ ਉਹਨਾਂ ਨੂੰ ਕਹਾਂਗਾ ਕਿ ਇਸ ਤਰ੍ਹਾਂ ਇਹਨਾਂ ਨੂੰ ਉਸੇ ਹਥਿਆਰਾਂ ਤੇ ਨਹੀਂ ਆਉਣਾ ਚਾਹੀਦਾ। ਲੜਾਈ ਲੜ ਰਹੇ ਆ, ਆਓ ਤੁਸੀਂ ਗੱਲ ਕਰੋ, ਮੈਦਾਨ ਦੇ ਵਿੱਚ ਆਓ, ਸਿੱਧੇ ਹੋ ਕੇ ਜਵਾਬ ਦਿਓ। ਐਡਾ ਵੱਡਾ ਸੰਘਰਸ਼ ਹੈ ਸਿਰਸਾ ਜੀ, ਤੁਸੀਂ ਵੀ ਖੈਰ ਸੰਘਰਸ਼ ਬਹੁਤ ਕੀਤੇ, 90 ਦਿਨ ਕ੍ਰੋਸ ਹੋ ਗਏ, 2.5 ਤੋਂ ਵੱਧ ਸ਼ਹਾਦਤਾਂ ਹੋ ਗਈਆਂ। ਤੁਸੀਂ ਨਿੱਜੀ ਤੁਹਾਡਾ ਐਕਸਪੀਰੀਅੰਸ ਜ਼ਿੰਦਗੀ ਦਾ ਕੀ ਹੈ? ਐਡਾ ਸੰਘਰਸ਼ ਤੁਸੀਂ ਦੇਖਿਆ ਸੀ, ਸ਼ਾਇਦ ਇਤਿਹਾਸ ਦੇ ਪੰਨਿਆਂ 'ਚ ਸੁਣਦੇ ਸੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹਰਾਂ ਦਾ ਸੰਘਰਸ਼ ਜਾਂ ਉਹਨਾਂ ਦੇ ਚਾਚਾ ਜੀ ਦਾ ਸੰਘਰਸ਼, ਤੁਹਾਡੇ ਲਈ ਪਰਸਨਲੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ? ਦੇਖੋ, ਇਸ ਤੋਂ ਪਹਿਲਾਂ ਵੀ ਸ਼ਹੀਦ ਆਜਮ ਭਗਤ ਸਿੰਘ ਜਾਂ ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਆ ਜਿਨ੍ਹਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਚਲਾਈ, ਪਰ ਉਸ ਤੋਂ ਪਹਿਲਾਂ ਵੀ ਚਲੇ ਜਾਓ ਨਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਬੜੇ ਬੜੇ ਇਤਿਹਾਸ ਪੜ੍ਹਦੇ ਆ ਰਹੇ ਆ। ਮੇਰੀ ਇਸ ਆਪਣੀ ਜ਼ਿੰਦਗੀ ਦੇ ਵਿੱਚ ਏਡਾ ਵੱਡਾ, ਇੰਨਾ ਲੰਬਾ ਔਰ ਸ਼ਾਂਤਮਈ ਅੱਜ ਤੱਕ ਮੈਂ ਕਦੇ ਨਹੀਂ ਸੁਣਿਆ ਤੇ ਮੈਂ ਪੜ੍ਹਿਆ ਵੀ ਨਹੀਂਗਾ। ਇਸ ਤਰ੍ਹਾਂ ਦਾ ਸੰਘਰਸ਼ ਜਿਹੜਾ ਇਹ ਪਹਿਲਾ ਸੰਘਰਸ਼ ਹੈ ਜਿਹੜਾ ਕਿ ਇਸ ਵੱਡੇ ਪੱਧਰ ਤੇ ਹੋ ਰਿਹਾ ਔਰ ਸਾਨੂੰ ਅਕਾਲ ਪੁਰਖ ਤੇ ਭਰੋਸਾ ਵੀ ਜਿੱਤ ਕੇ ਜਿਹੜਾ ਉਹ ਜਾਵਾਂਗੇ। ਐਵੇਂ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਿਰਸਾ ਜੀ। ਸੋ ਅਕਾਲ ਪੁਰਖ ਦੀ ਓਟ ਹੈ, ਜਿੱਤ ਕੇ ਹੀ ਮੁੜਾਂਗੇ। ਸੋ ਇਹ ਸਭ ਕੁਝ ਤੁਸੀਂ ਜੋ ਜਾਣਨਾ ਚਾਹੁੰਦੇ ਹੋ ਕਿ ਸੰਘਰਸ਼ ਦੇ ਤਾਜ਼ਾ ਹਾਲਾਤ ਕੀ ਹੈ, ਕਿੰਨੇ ਪਰਚੇ ਆਗੂਆਂ ਤੇ ਹੈ, ਯੂਥ ਨੂੰ ਲੈ ਕੇ ਜਥੇਬੰਦੀਆਂ ਦੀ ਕੀ ਰਾਏ ਹੈ ਔਰ ਕਿਸ ਤਰ੍ਹਾਂ ਦੇ ਨਾਲ ਅਗਲੀ ਰਣਨੀਤੀ ਹੈ, ਪੱਛਮ ਬੰਗਾਲ ਦਾ ਰੁਖ ਕਰਨ ਜਾ ਰਹੀਆਂ ਹੈ ਕਿਸਾਨ ਜਥੇਬੰਦੀਆਂ, ਕਿਉਂਕਿ ਉੱਥੋਂ ਬੁਲਾਵੇ ਆ ਰਹੇ ਨੇ। ਖੁਰਾਕ ਵੀ ਮੰਗ ਰਹੀ ਹੈ ਸਰਕਾਰ ਕਿ ਵਿਰੋਧ ਸ਼ਾਇਦ 1-2 ਰਾਜਾਂ ਵਿੱਚ ਹੈ, ਸ਼ਾਇਦ ਉਸੇ ਰਣਨੀਤੀ ਦਾ ਹਿੱਸਾ ਹੋਏਗਾ ਕਿ ਹੁਣ ਵਿਰੋਧ ਨੂੰ ਪੂਰੇ ਦੇਸ਼ ਵਿਆਪੀ ਹਿੱਸੇ ਵਿੱਚ ਦਿਖਾ ਦਿੱਤਾ ਜਾਵੇ। ਸੋ ਇਹਨਾਂ ਰਿਪੋਰਟਾਂ ਦੇ ਨਾਲ ਫਿਲਹਾਲ ਸਿੰਘੂ ਬਾਰਡਰ ਦਿੱਲੀ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ ਗੌਰਵ ਰਾਣਾ ਦੀ ਰਿਪੋਰਟ।